ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤਕੜੀ ਤੋਲੇ ਸੰਸਾਰਾ। ਗੁਰਮੁਖ ਹੋਵੇ ਸੋਈ ਬੂਝੇ, ਗੁਣ ਕੈ ਗੁਣੀ ਸਮਾਵਣੀਆਂ। ਹਉ ਵਾਰੀ ਜੀਉ ਵਾਰੀ, ਹਰ ਕਾ ਨਾਮ ਮਨ ਵਸਾਵਣੀਆਂ। ਜੋ ਸਚ ਲਾਗੇ ਸੇ ਅੰਧਨ ਜਾਗੇ, ਦਰ ਸੱਚੇ ਸੋਭਾ ਪਾਵਣੀਆਂ। ਰਹਾਉ ਆਪ ਸੁਣੇ ਤੇ ਆਪੇ ਵੇਖੇ, ਜਿਸਨੂੰ ਨਦਰ ਕਰੇ ਸੋਈ ਜਨ ਲੇਖੇ। ਆਪੇ ਲਾਏ ਲਏ ਸੋ ਲਾਗੇ, ਗੁਰਮੁਖ ਸੱਚ ਕਮਾਵਣੀਆਂ। ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਕਮਾਵਣੀਆਂ। ਪੇਈੜੇ ਤਨ ਅੰਧਨ ਸੁੱਤੀ, ਕੰਤ ਵਿਸਾਰੀ ਅਵਗਣ ਮੁੱਤੀ। ਅਨਦਨ ਸਦਾ ਫਿਰੇ ਬਿਰਲਾਂਦੀ, ਬਿਨ ਪਿਰ ਨੀਂਦ ਨ ਆਵਣ ਪਾਵਣੀਆਂ। ਪੇਈੜੇ ਸੁਖਦਾਤਾ ਜਾਤਾ, ਹਉਮੈ ਮਾਰ ਗੁਰ ਸ਼ਬਦ ਪਛਾਤਾ। ਸੇਜ ਸੁਹਾਵੀ ਸਦਾ ਪਿਰ ਰਾਵੈ, ਸੱਚ ਸਿਗਾਰ ਬਣਾਵਣੀਆਂ। ਲੱਖ 84 ਜੀ ਅਪਾਏ, ਜਿਸਨੋ ਨਦਰ ਕਰੇ ਤਿਸ ਗੁਰ ਮੈਂ ਲਾਏ। ਕਿਲ ਬਿਖ ਕਾਟ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾਵਣੀਆਂ। ਲੇਖਾ ਮੰਗੇ ਤਾਂ ਕਿਨ ਦੀਏ, ਸੁਖ ਨਾਹੀ ਫੁੰਦੂਏ ਤੀਏ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣੀਆਂ। ਆਪ ਕਰੇ ਤੇ ਆਪ ਕਰਾਏ, ਪੂਰੇ ਗੁਰ ਤੇ ਸ਼ਬਦ ਮਿਲਾਏ। ਨਾਨਕ ਨਾਮ ਲੈ ਵਡਿਆਈ, ਆਪੇ ਮੇਲ ਮਿਲਾਵਣੀਆਂ। ਆਪ ਕਰੇ ਤੇ ਆਪ ਕਰਾਏ, ਪੂਰੇ ਗੁਰ ਕੇ ਸ਼ਬਦ ਮਿਲਾਏ। ਨਾਨਕ ਨਾਮ ਮਿਲੇ ਵਡਿਆਈ, ਆਪੇ ਮੇਲ ਮਿਲਾਵਣੀਆਂ। ਗੁਰੂ ਜੀ ਕਹਿੰਦੇ ਹਨ ਕਿ ਪਿਆਰਾ ਪ੍ਰਭੂ ਆਪ ਪਵਿੱਤਰ ਸਰੂਪ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਭਾਵ ਮੇਰਾ ਮੂਲ ਪ੍ਰਭੂ ਨਿਰਮਲ ਤੇ ਪਵਿੱਤਰ ਹੈ। ਉਹ ਇੰਦਰੀਆਂ ਦੀ ਪਕੜ ਤੋਂ ਬਾਹਰ ਹੈ। ਉਸ ਦੀ ਕੋਈ ਸੀਮਾ, ਕੋਈ ਅੰਤ ਨਹੀਂ। ਭਾਵ ਉਸ ਨੂੰ ਸਮਝਣਾ, ਉਹ ਬੇਪਰਵਾਹ, ਅਗਮ ਤੇ ਅਪਾਰਾ ਹੈ ਜੀ। ਉਹ ਤੱਕੜੀ ਵਰਤਣ ਤੋਂ ਬਿਨਾਂ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ। ਹਰ ਇੱਕ ਜੀਵ ਦੇ ਅੰਦਰ ਉਹ ਵਿਆਪਕ ਹੈ ਜੀ। ਉਹ ਆਪਣੇ ਹੁਕਮ ਨਾਲ ਹੀ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਜੀ। ਕਿਸੇ ਬਾਹਰ ਦੀ ਉਸ ਨੂੰ ਤੱਕੜੀ ਦੀ ਲੋੜ ਨਹੀਂ ਹੈ ਜੀ। ਇਸ ਭੇਤ ਨੂੰ ਉਹੀ ਗੁਰਮੁਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ। ਉਹ ਗੁਰੂ ਦੀ ਰਾਹੀਂ ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਲੀਨ ਹੋਇਆ ਰਹਿੰਦਾ ਹੈ। ਭਾਵ ਇਹ ਬੁਝਾਰਤ ਕੇਵਲ ਗੁਰਮੁਖ ਬੁੱਝ ਸਕਦਾ ਹੈ ਅਤੇ ਬੁੱਝ ਕੇ ਉਹ ਹੁਕਮ ਰਜਾਈ ਹੋ ਕੇ ਚੱਲਦਾ ਹੈ ਜੀ। ਮੈਂ ਉਹਨਾਂ ਤੋਂ ਵਾਰੇ ਜਾਂਦਾ ਹਾਂ ਜੀ, ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਉਂਦੇ ਹਨ। ਭਾਵ ਮੈਂ ਉਹਨਾਂ ਗੁਰਮੁਖਾਂ ਦੇ ਵਾਰੇ ਜਾਂਦਾ ਹਾਂ ਜਿਨ੍ਹਾਂ ਨੇ ਇਸ ਆਤਮਿਕ ਗਿਆਨ ਨਾਮ ਨੂੰ ਆਪਣੇ ਮਨ ਅੰਦਰ ਵਸਾ ਲਿਆ ਹੈ ਜੀ। ਜਿਹੜੇ ਗੁਰਮੁਖ ਸਦਾ ਥਿਰ ਪ੍ਰਭੂ ਵਿੱਚ ਲਿਵ ਲਾਈ ਰੱਖਦੇ ਹਨ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਅਤੇ ਸੁਚੇਤ
ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਅਤੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿੱਚ ਸੋਭਾ ਪਾਉਂਦੇ ਹਨ ਜੀ। ਭਾਵ ਕੇਵਲ ਆਤਮਕ ਗਿਆਨ ਨਾਲ ਜਾਗੇ ਹੋਏ ਹੀ ਸੱਚ ਨਾਮ ਨਾਲ ਲੱਗੇ ਹੋਏ ਹਨ। ਭਾਵ ਹੁਕਮ ਵਿੱਚ ਚੱਲ ਰਹੇ ਹਨ। ਉਸ ਸੱਚਖੰਡ ਵਿੱਚ ਸ਼ੋਭਨੀਕ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਅਰਦਾਸ ਸੁਣਦਾ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਜੀ। ਜਿਸ ਜੀਵ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹੀ ਮਨੁੱਖ ਉਸਦੇ ਦਰ ਤੇ ਕਬੂਲ ਹੁੰਦਾ ਹੈ ਜੀ। ਭਾਵ ਜਿਸ ਦੀ ਨਜ਼ਰ ਆਤਮਕ ਗਿਆਨ ਨਾਮ ਨਾਲ ਬਦਲਦੀ ਹੈ ਉਹ ਗੁਰਮੁਖ ਲੇਖੇ ਕਿਸੇ ਪਾਸੇ ਵਾਹਿਗੁਰੂ ਦੇ ਲੇਖੇ ਲੱਗਦਾ ਹੈ, ਯਾਨੀ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ ਜੀ। ਉਹ ਗੁਰਮੁਖ ਨੂੰ ਪ੍ਰਭੂ ਆਪ ਆਪਣੀ ਯਾਦ ਵਿੱਚ ਜੋੜੀ ਰੱਖਦਾ ਹੈ। ਉਹੀ ਜੁੜਿਆ ਰਹਿੰਦਾ ਹੈ। ਉਹ ਗੁਰੂ ਦੇ ਸਨਮੁਖ ਹੋ ਕੇ ਸਦਾ ਸਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ ਜੀ। ਭਾਵ ਗੁਰਮੁਖਾਂ ਨੂੰ ਉਹ ਪ੍ਰਭੂ ਆਪ ਹੀ ਆਪਣੇ ਨਾਲ ਜੋੜ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਨਮੁਖ ਜੋ ਹੁਕਮ ਤੋਂ ਮੁਨੱਕਰ ਹਨ, ਉਸ ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦੇ, ਉਸ ਨੂੰ ਸਹੀ ਰਾਹ ਲੱਭਣ ਲਈ ਆਪਣੇ ਪ੍ਰਭੂ ਪਾਸ ਆਉਣਾ ਹੀ ਪੈਂਦਾ ਹੈ ਜੀ। ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ ਤੇ ਉਹ ਲੇਖ ਖੁਰਾਹੇ ਪਾਈ ਰੱਖਦਾ ਹੈ ਜੀ। ਪਿੱਛੋਂ ਜੋ ਕਰਮ ਅਸੀਂ ਕਰਦੇ ਆ ਰਹੇ ਹਾਂ ਉਹਨਾਂ ਸੰਸਕਾਰਾਂ ਦਾ ਲੇਖ ਬਣ ਜਾਂਦਾ ਹੈ ਜੀ। ਭਾਵ ਅਸੀਂ ਆਪਣੀ ਮੌਜੂਦਾ ਮਾਨਸਿਕ ਦਿਸ਼ਾ ਦੇ ਖੁਦ ਜ਼ਿੰਮੇਵਾਰ ਹਾਂ ਜੀ। ਜਿਨ੍ਹਾਂ ਗੁਰਮੁਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ। ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਵਿੱਚ ਮਿਲਾਈ ਰੱਖਦਾ ਹੈ। ਉਹ ਵੱਡੇ ਭਾਗਾਂ ਵਾਲੇ ਨੇ, ਖੁਸ਼ਕਿਸਮਤ ਨੇ, ਜਿਨ੍ਹਾਂ ਦਾ ਸ਼ਬਦ ਗੁਰੂ ਨਾਲ ਸਪਰਸ਼ ਹੋਇਆ, ਕਿਉਂਕਿ ਉਸ ਪੂਰੇ ਗੁਰੂ ਨੇ ਉਹਨਾਂ ਨੂੰ ਆਪਣੇ ਮੂਲ ਪ੍ਰਭੂ ਨਾਲ ਜੋੜ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜੀ ਮਨਮੁਖ ਰੂਪੀ ਇਸਤਰੀ ਇਸ ਲੋਕ ਵਿੱਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਮਸਤ ਰਹਿੰਦੀ ਹੈ, ਭਾਵ ਵਿਕਾਰਾਂ ਵਿੱਚ ਫਸੀ ਰਹਿੰਦੀ ਹੈ, ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ ਜੀ। ਉਹ ਆਪਣੀ ਭੁੱਲ ਦੇ ਕਾਰਨ ਆਪਣੇ ਖਸਮ ਪ੍ਰਭੂ ਤੋਂ ਛੁੱਟ ਗਈ ਹੈ ਜੀ। ਉਹ ਮਨਮੁਖ ਜੀਵ ਰੂਪ ਇਸਤਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ। ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਉਸਨੂੰ ਆਤਮਕ ਸੁੱਖ ਨਹੀਂ ਮਿਲਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਗੁਰਮੁਖ ਰੂਪ ਇਸਤਰੀ ਨੇ ਪੇਕੇ ਘਰ ਵਿੱਚ ਸੁੱਖ ਦੇਣ ਵਾਲੇ ਪ੍ਰਭੂ ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ ਅਤੇ ਜਿਸ ਨੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਪਤੀ ਨੂੰ ਪਛਾਣ ਲਿਆ ਹੈ, ਉਸ ਗੁਰਮੁਖ ਰੂਪ ਇਸਤਰੀ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ ਜੀ। ਉਹ ਸਦਾ ਪ੍ਰਭੂ ਰੂਪ ਪਤੀ ਦਾ ਮਿਲਾਪ ਮਾਣਦੀ ਹੈ। ਸਦਾ ਸਥਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ
ਕਿ ਪਰਮਾਤਮਾ ਨੇ 84 ਲੱਖ ਜੂਨਾਂ ਵਿੱਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ, ਲੇਕਿਨ ਜਿਹੜਾ ਜੀਵ ਗੁਰੂ ਦੁਆਰਾ ਮਿਲੇ ਆਤਮ ਗਿਆਨ ਰਾਹੀਂ ਆਪਣੀ ਦ੍ਰਿਸ਼ਟੀਕੋਣ ਬਦਲਦਾ ਹੈ, ਉਸ ਨੂੰ ਸ਼ਬਦ ਗੁਰੂ ਕਰਤੇ ਨਾਲ ਸੰਪਰਕ ਪੈਦਾ ਹੁੰਦਾ ਹੈ, ਜਾਣੀ ਉਹ ਗੁਰਮੁਖ ਹੁਕਮ ਵਿੱਚ ਚੱਲਦਾ ਹੈ ਜੀ। ਗੁਰਚਰਨਾਂ ਵਿੱਚ ਜੁੜੇ ਹੋਏ ਉਸ ਗੁਰਮੁਖ ਆਪਣੇ ਪਾਪ ਦੂਰ ਕਰਕੇ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਤੇ ਸਦਾ ਫਿਰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਸੋਭਾ ਪਾਉਂਦੇ ਹਨ ਜੀ। ਉਸ ਦੀ ਹਉਮੈ ਅਤੇ ਉਸ ਦੇ ਨਾਲ ਜੁੜੇ ਹੋਏ ਕਲਾ ਕਲੇਸ਼ ਵਿਕਾਰ ਖਤਮ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਅਸੀਂ ਜੀ ਸਦਾ ਭੁੱਲਣਹਾਰ ਹਾਂ। ਜੇ ਪ੍ਰਭੂ ਸਾਡੇ ਕੀਤੇ ਕਰਮਾਂ ਦਾ ਹਿਸਾਬ ਮੰਗਣ ਲੱਗੇ ਤਾਂ ਕੋਈ ਜੀਵ ਹਿਸਾਬ ਨਹੀਂ ਦੇ ਸਕਦਾ, ਭਾਵ ਲੇਖੇ ਵਿੱਚ ਉਹ ਕਦੀ ਵੀ ਪੂਰਾ ਨਹੀਂ ਉਤਰ ਸਕਦਾ ਜੀ। ਆਪਣੇ ਕੀਤੇ ਕਰਮਾਂ ਦਾ ਲੇਖਾ ਗਿਣਾਇਆ, ਭਾਵ ਲੇਖੇ ਵਿੱਚ ਸੁਰਖਰੂ ਹੋਣ ਦੀ ਆਸ ਤੇ ਕਿਸੇ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ। ਇੱਥੇ ਸੁੱਖ ਦਾ ਭਾਵ ਹੈ ਜੀਵਨ ਨਾਲ ਜਾਂ ਹੁਕਮ ਨਾਲ ਇੱਕ ਸੁਰਤਾ, ਜਾਣੀ ਗੁਰਮਤਿ ਤੋਂ ਇਲਾਵਾ ਜੀਵਨ ਨਾਲ ਇੱਕ ਸੁਰਤਾ ਨਹੀਂ ਬਣ ਸਕੀਦਾ ਜੀ। ਪ੍ਰਭੂ ਮਿਹਰਬਾਨ ਹੈ ਅਤੇ ਗੁਰਮੁਖ ਨੂੰ ਆਪਣੀ ਮਿਹਰ ਦੁਆਰਾ ਗਿਆਨ ਦੇ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਪ੍ਰੇਰਨਾ ਕਰਕੇ ਜੀਵਾਂ ਵਾਸੋਂ ਕਰਾਉਂਦਾ ਹੈ ਜੀ। ਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਜਿਸ ਮਨੁੱਖ ਨੂੰ ਉਸ ਦੇ ਦਰ ਤੋਂ ਉਸ ਦਾ ਨਾਮ ਮਿਲਦਾ ਹੈ, ਉਸ ਨੂੰ ਉਸ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਜੀ। ਪ੍ਰਭੂ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਇੰਨੀਆਂ ਪੰਕਤੀਆਂ ਵਿੱਚ ਦੱਸਦੇ ਹਨ, ਹਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣੀਆਂ, ਜੋ ਸੱਚ ਲਾਗੇ ਸੇ ਅੰਦਨ ਜਾਗੇ, ਦਰ ਸੱਚੇ ਸੋਭਾ ਪਾਵਣੀਆਂ ਰਹਾਓ। ਮੈਂ ਉਹਨਾਂ ਗੁਰਮੁਖਾਂ ਦੇ ਸਦਾ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਹਰ ਨਾਮ ਯਾਨੀ ਆਪਣੇ ਮੂਲ ਦਾ ਆਤਮਕ ਗਿਆਨ ਆਪਣੇ ਮਨ ਵਿੱਚ ਵਸਾ ਲਿਆ ਹੈ ਜੀ। ਉਸ ਸੱਚ ਨਾਲ ਲੱਗ ਕੇ ਯਾਨੀ ਆਤਮਕ ਗਿਆਨ ਨੂੰ ਆਪਣੇ ਅੰਦਰ ਵਸਾ ਕੇ ਜਾਗਰਤ ਅਵਸਥਾ ਵਿੱਚ ਹਨ ਜੀ, ਜਿਸ ਕਰਕੇ ਉਹ ਭਾਣੇ ਵਿੱਚ ਚਲਦੇ ਹਨ ਅਤੇ ਸ਼ੋਭਨੀਕ ਹਨ ਜੀ। ਇਸ ਸ਼ਬਦ ਵਿੱਚ ਸਾਨੂੰ ਹੁਕਮ ਵਿੱਚ ਚੱਲਣ ਦਾ ਉਪਦੇਸ਼ ਹੈ ਜੀ। ਉਹ ਕਿਹੜਾ ਆਤਮਕ ਗਿਆਨ ਹੈ ਜਿਸ ਕਰਕੇ ਗੁਰਮੁਖ ਜਾਗਰਤ ਹਨ। ਪਹਿਲੇ ਪਦੇ ਵਿੱਚ ਗੁਰੂ ਅਮਰਦਾਸ ਜੀ ਇਸ ਗੱਲ ਨੂੰ ਸਪਸ਼ਟ ਕਰਦੇ ਹਨ। ਉਹ ਆਖਦੇ ਹਨ ਕਿ ਗੁਰ ਗਿਆਨ ਰਾਹੀਂ ਗੁਰਮੁਖਾਂ ਨੂੰ ਇਹ ਪ੍ਰਤੀਤ ਹੋ ਜਾਂਦਾ ਹੈ ਕਿ ਪ੍ਰਭੂ ਅਗਮ ਅਪਾਰ ਨਿਰਮਲ ਅਤੇ ਪਵਿੱਤਰ ਹੈ, ਭਾਵ ਉਹ ਕੋਈ ਪਦਾਰਥ ਨਹੀਂ, ਇੱਕ ਤੱਤ ਹੈ ਜੋ ਸਾਡੇ ਸਭਨਾਂ ਦੇ ਅੰਦਰ, ਸਾਰੀ ਸ੍ਰਿਸ਼ਟੀ ਅੰਦਰ ਵਸਦਾ ਹੈ ਜੀ। ਇੰਦਰੀਆਂ ਰਾਹੀਂ ਹਉਮੈ ਰਾਹੀਂ ਉਸ ਦੀ ਪਕੜ ਹੱਥ ਵਿੱਚ ਨਹੀਂ ਆ ਸਕਦੀ ਜੀ। ਉਸ ਦਾ ਅਦ੍ਰਿਸ਼ਟ ਹੁਕਮ ਹੀ
ਸੰਸਾਰ ਨੂੰ ਚਲਾ ਰਿਹਾ ਹੈ ਜੀ। ਇਹ ਪ੍ਰਤੀਤ ਜਿਸ ਵਿੱਚ ਆ ਜਾਵੇ ਉਹ ਗੁਰਮੁਖ ਹੁਕਮ ਨੂੰ ਸਮਝ ਲੈਂਦਾ ਹੈ ਜੀ। ਯਾਦ ਰਹੇ ਕਿ ਇੱਥੇ ਸਮਝਣਾ ਜਾਂ ਬੁੱਝਣਾ ਸੂਝ ਆਖਿਆ ਹੈ ਜੀ, ਸਮਝ ਨਹੀਂ, ਕਿਉਂਕਿ ਪ੍ਰਭੂ ਦਿਮਾਗੀ ਸਮਝ ਦੀ ਮਾਪ ਦੰਡ ਤੋਂ ਪਰੇ ਹੈ ਜੀ। ਇਹ ਇੱਕ ਡੂੰਘਾ ਅੰਤਰੀਵ ਅਹਿਸਾਸ ਹੈ, ਇਹ ਪ੍ਰਤੀਤੀ ਹੈ ਜੀ, ਜਿਸ ਕਰਕੇ ਸਾਰੀ ਦੀ ਸਾਰੀ ਦ੍ਰਿਸ਼ਟੀਕੋਣ ਬਦਲ ਜਾਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।